ਵਿਚਾਰੇ ਕਉ ਕਿਆ ਪਾਵੇ ਕਊਆ ਕੂਕਰ ਖਾਏ। ਤੇ ਕਬੀਰ ਸਾਹਿਬਾਂ ਨੇ ਤਰਕ ਇਹ ਰੱਖਿਆ ਸੀ ਵੀ ਭਾਈ ਜੀਂਦਿਆਂ ਸੇਵਾ ਕਰੋ ਆਪਣੇ ਬਜ਼ੁਰਗਾਂ ਦੀ, ਜੀਂਦਿਆਂ ਉਹਨਾਂ ਨੂੰ ਟਾਈਮ ਨਾਲ ਭੋਜਨ ਦਿਓ। ਜਦੋਂ ਤੁਹਾਡੇ ਘਰ ਵਿੱਚ ਤੁਹਾਡੇ ਬਜ਼ੁਰਗ ਬੈਠੇ ਆ, ਜਦੋਂ ਜੀਂਦੇ ਆ ਉਹਨਾਂ ਦੇ ਕੱਪੜੇ ਇੱਦਾਂ ਵਧੀਆ ਪ੍ਰੈਸ ਕਰਕੇ ਪਾਓ, ਉਹਨਾਂ ਦਾ ਬਿਸਤਰਾ ਸਾਫ ਸੁਥਰਾ ਰੱਖੋ, ਟਾਈਮ ਨਾਲ ਉਹਨਾਂ ਨੂੰ ਮੈਡੀਸਨ ਦੀ ਲੋੜ ਆ ਉਹ ਦਿਓ, ਟਾਈਮ ਨਾਲ ਉਹਨਾਂ ਨੂੰ ਭੋਜਨ ਦਿਓ, ਟਾਈਮ ਨਾਲ ਉਹਨਾਂ ਨੂੰ ਨਵਾਵੋ, ਮੈਨੇ ਸੇਵਾ ਉਹਨਾਂ ਦੀ ਕਰੋ ਜੀਂਦਿਆਂ। ਤੇ ਪਰ ਜੇ ਤੁਸੀਂ ਜੀਂਦਿਆਂ ਮਤਲਬ ਸੇਵਾ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਜਿੱਦਾਂ ਲੋਕ ਦਿਖਾਵਾ ਫਿਰ ਬੰਦਾ ਆਮ ਕਰਦਾ ਨਾ, ਜਿੱਦਾਂ ਵੀ ਉਹ ਕਈ ਵਾਰੀ ਹੁਣ ਦੇਖੀਦਾ ਕਈ ਵਿਚਾਰੇ ਇੱਦਾਂ ਦੇ ਬਜ਼ੁਰਗ ਆ ਜਿਹੜੇ ਕੱਪੜਿਆਂ ਤੋਂ ਇੱਦਾਂ ਤਰਸ ਕੇ ਵਿਚਾਰੇ ਮਰ ਜਾਂਦੇ ਆ। ਤੇ ਜਦੋਂ ਇੱਦਾਂ ਬੰਦਾ ਮਰਿਆ ਹੁੰਦਾ ਫਿਰ ਸਾਰੇ ਜਿੰਨੇ ਵੀ ਰਿਸ਼ਤੇਦਾਰ ਕਿੱਦਾਂ ਲੋਈਆਂ ਲੈ ਕੇ ਆਏ ਹੁੰਦੇ ਨਾ, ਸਾਰੇ ਅੱਜ ਹੀ ਚਾੜ੍ਹ ਦੇਣੀਆਂ ਸਾਰੀਆਂ। ਪਰ ਜਦੋਂ ਜਿੰਦਾ ਸੀ ਉਦੋਂ ਹੋ ਸਕਦਾ ਕਿਸੇ ਨੇ ਪੁੱਛਿਆ ਵੀ ਨਾ ਹੋਵੇ। ਪਰ ਕਬੀਰ ਸਾਹਿਬ ਜਿਹੜਾ ਤਰਕ ਰੱਖਦੇ ਆ ਨਾ, ਉਹ ਕਹਿੰਦੇ ਜੀਵਤ ਪਿੱਤਰ ਨ ਮਾਨੇ ਕੋ ਮੋਏ ਸ਼ਰਾਧ ਕਰਾਈ, ਪਿੱਤਰ ਭੀ ਬਪਰੇ ਕਉ ਕਿਆ ਪਾਵੇ ਕਊਆ ਕੂਕਰ ਖਾਈ। ਕਹਿੰਦੇ ਵਿਚਾਰੇ ਪਿੱਤਰ ਵੀ ਭਾਈ ਕੀ ਪ੍ਰਾਪਤ ਕਰ ਸਕਦੇ ਆ, ਤੁਹਾਡਾ ਕੀਤਾ ਹੋਇਆ ਪਿੱਤਰਾਂ ਦੇ ਨਿਮਿਤ ਭੋਜਨ ਤੇ ਭਾਈ ਕੁੱਤੇ ਤੇ ਕਾਂ ਹੀ ਖਾ ਕੇ ਚੱਲ ਜਾਂਦੇ ਆ। ਮੋਕੋ ਕੁਸ਼ਲ ਬਤਾਵੋ ਕੋਈ, ਕਹਿੰਦੇ ਮੈਨੂੰ ਕੋਈ ਦੱਸੋ। ਕੁਸ਼ਲ ਦਾ ਮਤਲਬ ਹੁੰਦਾ ਖੇੜਾ, ਆਨੰਦ, ਸੁੱਖ। ਵੀ ਕਹਿੰਦੇ ਮੈਨੂੰ ਕੋਈ ਦੱਸੋ। ਮੋਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕਰਤੇ ਜਗ ਬਿਨਸੈ ਕੁਸ਼ਲ ਵੀ ਕੈਸੇ ਹੋਈ। ਕਹਿੰਦੇ ਸਾਰੇ ਇੱਦਾਂ ਸੁੱਖ ਆਨੰਦ ਕਰਦਿਆਂ ਸਾਰਾ ਸੰਸਾਰ ਬਿਨਸਦਾ ਜਾ ਰਿਹਾ ਵਾ, ਪਰ ਅਸਲ ਵਿੱਚ ਉਹ ਖੇੜਾ, ਉਹ ਆਨੰਦ, ਉਹ ਸੁੱਖ ਕਿਸੇ ਨੂੰ ਨਹੀਂ ਮਿਲਿਆ। ਫਿਰ ਅਗਲੀ ਪੰਕਤੀ, ਇੱਥੋਂ ਤੱਕ ਅਸੀਂ ਗੱਲ ਵਿਚਾਰ ਵੀ ਕੀਤੀ ਸੀ। ਅਗਲੀ ਪੰਕਤੀ ਵਿੱਚ ਕਹਿੰਦੇ ਮਾਟੀ ਕੇ ਕਰ ਦੇਵੀ ਦੇਵਾ, ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਤਿਸ ਆਗੇ ਜਿਉ ਦੇਈ, ਐਸੇ ਪਿਤਰ ਤੁਮਾਰੇ ਕਹੀਐ ਆਪਣ ਕਹਿਆ ਨ ਲਈ। ਕਹਿੰਦੇ ਦੇਖੋ ਲੋਕ ਕੀ ਕਰਦੇ ਆ, ਹਕੀਕਤ ਹੈ, ਸੱਚਾਈ ਇਹੋ ਹੀ ਆ ਜੋ ਕਬੀਰ ਸਾਹਿਬ ਜੀ ਸਾਨੂੰ ਬਿਆਨ ਕਰਕੇ ਦੱਸਦੇ ਆ। ਕਹਿੰਦੇ ਲੋਕੀ ਨਾ ਆਪੇ ਮਿੱਟੀ ਦੇ ਦੇਵੀ ਦੇਵਤੇ ਬਣਾ ਲੈਂਦੇ ਆ। ਮਾਟੀ ਕੇ ਕਰ ਦੇਵੀ ਦੇਵਾ। ਹੁਣ ਇੱਦਾਂ ਨਾ ਕਿਉਂਕਿ ਬਾਬਾ ਜੀ ਕਹਿੰਦੇ ਆ, ਬਾਬਾ ਨਹੀਂ ਕਹਿੰਦੇ, ਕਬੀਰ ਸਾਹਿਬ ਜੀ ਭਗਤ ਜੀ ਕਹਿ ਰਹੇ ਆ ਸਾਨੂੰ। ਕਿਉਂਕਿ ਇਹ ਜਿਹੜੇ ਸ਼ਬਦ ਆ ਨਾ ਇੱਦਾਂ ਦੇ, ਇਹ ਜੇ ਕਿਤੇ ਆਪਾਂ ਪੜ੍ਹੇ ਹੁੰਦੇ, ਮਤਲਬ ਜੇ ਸਾਡੀ ਜ਼ਿੰਦਗੀ 'ਤੇ ਆਏ ਹੁੰਦੇ ਤੇ ਅਸੀਂ ਬਹੁਤ ਇੱਦਾਂ ਦੀਆਂ ਰਸਮਾਂ ਛੱਡ ਦੇਣੀਆਂ ਸੀ। ਪਰ ਅਸੀਂ ਤਾਂ ਇੱਦਾਂ ਮੱਥਾ ਟੇਕ ਕੇ, ਬੰਦਾ ਕਿਸੇ ਨੇ ਪਾਠ ਕੀਤਾ, ਕੋਈ ਕਰਕੇ ਚਲਾ ਗਿਆ, ਇੱਦਾਂ ਸੁਣਿਆ ਨਹੀਂ ਨਾ, ਆਪਾਂ ਸਮਝਿਆ ਨਹੀਂ ਨਾ ਬਾਣੀ ਦੇ ਵਿੱਚੋਂ। ਹੁਣ ਕਹਿੰਦੇ ਮਾਟੀ ਕੇ ਕਰ ਦੇਵੀ ਦੇਵ, ਆਪੇ ਬੰਦੇ ਨੇ ਮਿੱਟੀ ਲਿਆਂਦੀ ਤੇ ਆਪੇ ਹੀ ਉਹਦਾ ਦੇਵਤਾ ਬਣਾ ਲਿਆ, ਆਪ ਹੀ। ਸੱਚਾਈ ਇਹੋ ਹੀ ਹੈ ਨਾ। ਹੁਣ ਮਤਲਬ ਤੁਸੀਂ ਮਿੱਟੀ ਦਾ ਬਣਾ ਲਓ, ਚਾਹੇ ਇੱਟਾਂ ਦਾ ਬਣਾ ਲਓ, ਕੋਈ ਚੀਜ਼ ਦਾ, ਸੀਮੈਂਟ ਇੱਟਾਂ ਦਾ ਬਣਾ ਲਓ, ਕੋਈ ਨਹੀਂ ਹੈ ਨਾ। ਹੁਣ ਕਹਿੰਦੇ ਬੰਦੇ ਨੇ ਆਪੇ ਹੀ ਕੀਤਾ ਹੈ। ਮਾਟੀ ਕੇ ਕਰ ਦੇਵੀ ਦੇਵ, ਤਿਸ ਆਗੇ ਜਿਉ ਦੇਈ। ਕਹਿੰਦੇ ਦੇਖ ਲਓ, ਆਪੇ ਹੀ ਮਿੱਟੀ ਦਾ ਦੇਵਤਾ ਬਣਾ ਕੇ, ਮੈਨੇ ਆਪੇ ਹੀ ਇੱਟਾਂ ਲਾ ਕੇ, ਸੀਮਟ ਲਾ ਕੇ, ਤੇ ਉਹਨੂੰ ਇੱਦਾਂ ਮੰਨ ਲਿਆ ਇਹਨੇ ਵੀ ਆਹ ਦੇਵਤਾ ਵਾ। ਉਹਦੇ ਅੱਗੇ ਨਾ ਜਿਨ੍ਹਾਂ ਦੇ ਵਿੱਚ ਜਿੰਦ ਵਾ, ਜਿਨ੍ਹਾਂ ਦੇ ਵਿੱਚ ਰੱਬ ਦੀ ਜੋਤ ਆ, ਮਤਲਬ ਉਹਨਾਂ ਨੂੰ ਮਾਰੀ ਜਾ ਰਿਹਾ ਵਾ, ਉਹਨਾਂ ਦੀ ਅੱਗੇ ਹੱਤਿਆ ਕਰੀ ਜਾ ਰਿਹਾ ਵਾ। ਕਿੱਥੇ ਦੇਵੀ ਦੇਵਤਿਆਂ ਦੇ ਨਾਂ ਤੇ, ਧਰਮ ਦੇ ਨਾਂ ਤੇ। ਮਾਟੀ ਕੇ ਕਰ ਦੇਵੇ ਦੇਵ, ਤਿਸ ਆਗੇ ਜਿਉ ਦੇਈ। ਅਸਾਂ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ, ਮਤਲਬ ਉਹਨਾਂ ਅੱਗੇ ਇੱਦਾਂ ਭੋਜਨ ਰੱਖ ਦਿੰਦਾ, ਬਣਾ ਕੇ ਇੱਦਾਂ ਰੱਖ ਦਿੰਦਾ ਭੋਜਨ, ਤੇ ਇੰਜ ਸਮਝਦਾ ਵਾ ਵੀ ਇਹ ਜਿਹੜਾ ਭੋਜਨ ਵਾ ਇਹ ਹੁਣ ਮੇਰੇ ਪਿੱਤਰਾਂ ਨੂੰ ਚਲਾ ਗਿਆ ਵਾ।
माटी के कर देवी देवा तिस आगी जियो देई। कहते ऐसे पितर तुम्हारे कहिए आपन कहा न लई। कहते भलिया किदां दे तेरे पितर वा, उन्होंने कदी आप मंग के तेरे को तो चीज़ नहीं ना लई। हुण जदों मतलब ਇਹਦੇ ਵਿੱਚ ਇੱਕ ਕਬੀਰ ਸਾਹਿਬ ਨੇ ਬੜੀ ਸੋਹਣੀ ਨੁਕਤੇ ਦੀ ਗੱਲ ਕੀਤੀ ਆ। ਉਹ ਕਹਿੰਦੇ ਵੀ ਜਦੋਂ ਸਾਲ ਬਾਅਦ ਸ਼ਰਾਧ ਹੁੰਦਾ ਤੇ ਤੁਸੀਂ ਕੀ ਦਿੰਦੇ ਪਿੱਤਰਾਂ ਨੂੰ? ਖੀਰ ਬਣਾ ਕੇ ਦਿੰਦੇ ਹੋ ਨਾ। ਕੋਈ ਖੀਰ ਬਣਾ ਲੈਂਦਾ ਦਾ ਦਾਲ ਜੋ ਕੁਛ ਇੱਦਾਂ ਬਣਾ ਲਿਆ। ਹਰ ਸਾਲ ਉਹ ਕੋਈ ਬਣਾਉਂਦੇ ਹੋ ਨਾ, ਮਤਲਬ ਹਰ ਸਾਲ ਖੀਰ, ਹਰ ਸਾਲ ਖੀਰ, ਹਰ ਸਾਲ ਖੀਰ। ਕਹਿੰਦੇ ਕਿੱਦਾਂ ਦੇ ਤੁਹਾਡੇ ਪਿੱਤਰਾਂ ਖੀਰ ਖਾ ਖਾ ਕੇ ਉਹਨਾਂ ਦਾ ਜੇ ਮਨ ਰੱਜਿਆ ਨਹੀਂ ਇੱਦਾਂ ਵੀ ਤੁਸੀਂ ਘਰ ਦੇ ਵਿੱਚ ਇੱਕ ਸਬਜ਼ੀ ਬਣਾ ਲਓ ਸਵੇਰੇ, ਜੇ ਤਿੰਨੇ ਟਾਈਮ ਦੇਤੀ ਨਾ ਤੇ ਸ਼ਾਮਾਂ ਨੂੰ ਗੱਲਾਂ ਹੁੰਦੀਆਂ ਵੀ ਹੋਰ ਕੁਛ ਬਣਾ ਲੈਣਾ ਸੀ। ਆਪਾਂ ਕਹਿੰਦੇ ਆ ਨਾ, ਮਤਲਬ ਕਿਸੇ ਨੇ ਬਣਾ ਲਈ ਦਾਲ, ਬਣਾ ਲਈ ਜਿੱਦਾਂ ਹੁਣ ਬਣ ਗਈ ਜ਼ਿਆਦਾ, ਬੀਬੀਆਂ ਦਾ ਹੁੰਦਾ ਵੀ ਚੱਲ ਜ਼ਿਆਦਾ ਬਣ ਗਈ, ਚੱਲ ਰਾਤ ਨੂੰ ਤੇ ਦੁਪਹਿਰ ਨੂੰ ਇਹਨੇ ਚੱਲੇਗਾ। ਤੇ ਬੰਦੇ ਹੁਣ ਵਿਚਾਰੇ ਜਿਹੜੇ ਉਹ ਰਾਤ ਨੂੰ ਬਣਾ ਲੈਣਾ ਸੀ ਕੋਈ ਹੋਰ, ਸਵੇਰੇ ਵੀ ਦਾਲ, ਦੁਪਹਿਰੇ ਵੀ ਦਾਲ, ਰਾਤ ਨੂੰ ਵੀ ਦਾਲ। ਆਪਾਂ ਕਹਿੰਦੇ ਆ ਨਾ। ਤੇ ਕਬੀਰ ਸਾਹਿਬ ਤਰਕ ਰੱਖਦੇ ਸਾਡੇ ਗਾੜੀ, ਕਹਿੰਦੇ ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਹਿਆ ਨਾ ਲਈ। ਵੀ ਹਰ ਸਾਲ ਖੀਰ ਖਾ ਖਾ ਇਹ ਸ਼ੂਗਰ ਤੇ ਨਹੀਂ ਕਰ ਦਿੰਦੇ ਆ ਪਿੱਤਰਾਂ ਨੂੰ। ਕਹਿੰਦੇ ਵੀ ਹਰ ਸਾਲ ਖੀਰ, ਹਰ ਸਾਲ ਦਾਲ, ਹਰ ਸਾਲ ਖੀਰ ਦੇਈ ਜਾ ਰਹੇ ਹੋ। ਐਸੇ ਪਿੱਤਰ ਤੁਮਾਰੇ ਕਹੀਏ, ਕਹਿੰਦੇ ਆਪਣ ਕਹਿਆ ਨਾ ਲਈ। ਪਰ ਇਹਦੇ ਵਿੱਚ ਕਹਿੰਦੇ ਭਲਿਆ ਸਾਰਾ ਕੁਛ ਤੂੰ ਆਪੇ ਹੀ ਕੀਤਾ ਵਾ, ਆਪੇ ਮਿੱਟੀ ਲਿਆਂਦੀ, ਆਪੇ ਦੇਵਤਾ ਬਣਾ ਲਿਆ। ਕਿਸੇ ਨੇ ਥੋੜਾ ਦੱਸ ਤੂੰ ਇੱਦਾਂ ਮੰਨ ਲਿਆ ਨਾ, ਤੇਰੇ ਦਿਮਾਗ ਨੇ ਮੰਨ ਲਿਆ, ਤੂੰ ਮਿੱਟੀ ਲਿਆ ਕੇ ਦੇਵਤਾ ਬਣਾ ਲਿਆ, ਮਿੱਟੀ ਦਾ ਬਣਾ ਲਿਆ, ਪਲਸਤਰ ਦਾ, ਉਹਨੂੰ ਆਪ ਹੀ ਮੰਨ ਲਿਆ ਵੀ ਇਹ ਦੇਵਤਾ ਵਾ। ਉਹਦੇ ਅੱਗੇ ਇੱਦਾਂ ਖੀਰਾਂ ਪੂਰੀਆਂ ਚਾੜ ਕੇ ਬਹਿ ਗਿਆ, ਉਹਦੇ ਅੱਗੇ ਇੱਦਾਂ ਕਰ ਰਿਹਾ। ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜਿਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਹਿਆ ਨਾ ਲਈ। ਅੱਗੇ ਕਹਿੰਦੇ ਸਰ ਜਿਉ ਕਾਟੈ, ਇਹ ਨੁਕਤੇ ਦੀ ਗੱਲ ਆ। ਸਰ ਜਿਉ ਕਾਟੈ ਨਿਰਜੀਉ ਪੂਜੈ, ਅੰਤ ਕਾਲ ਕੋ ਭਾਰੀ। ਕਹਿਣ ਲੱਗੇ ਭਲਿਆ ਦੇਖ ਲਾ, ਆਪੇ ਤੂੰ ਮਿੱਟੀ ਦਾ ਦੇਵਤਾ ਬਣਾ ਲਿਆ। ਮਤਲਬ ਆਪੇ ਇੱਟਾਂ ਲਿਆ ਕੇ, ਅੱਜ ਹੁਣ ਤੇ ਮਿੱਟੀ ਦੀ ਲੋੜ ਨਹੀਂ ਨਾ, ਪਹਿਲਾਂ ਤੇ ਕਈ ਪਹਿਲਾਂ ਤੇ ਗੋਹੇ ਦੇ ਬਣਾਉਂਦੇ ਹੁੰਦੇ ਸੀ ਦੇਵੀ ਦੇਵਤੇ। ਸਮਾਂ ਇੱਦਾਂ ਦਾ ਸੀ ਵੀ ਗੋਹੇ ਦੇ ਇੱਦਾਂ ਦੇਵੀ ਦੇਵਤੇ ਬਣਾਏ ਜਾਂਦੇ ਸੀ ਘਰਾਂ ਦੇ ਵਿੱਚ। ਪਤਾ ਕਦੋਂ? ਜਦੋਂ ਬੱਚੇ ਦਾ ਵਿਆਹ ਨਹੀਂ ਹੁੰਦਾ ਸੀ ਘਰਾਂ 'ਚ। ਅਸੀਂ ਖੁਦ ਦੇਖਿਆ ਇਹ ਚੀਜ਼ਾਂ, ਸੱਚਾਈ ਆ, ਸਾਡੇ ਖੁਦ ਬਣਾਇਆ ਸੀ ਇੱਦਾਂ ਵੀ ਗੋਹੇ ਦੇ ਬਣਾ ਕੇ ਨਾ ਇੱਦਾਂ ਤੇ ਰੱਖ ਦਿੱਤੇ। ਉਹਦੇ ਗਾੜੀ ਇੱਦਾਂ ਦੀਵਾ ਜਗਾਤਾ, ਸਾਰੇ ਕਹਿੰਦੇ ਆਓ ਮੱਥਾ ਟੇਕੋ ਵੀ ਵਡੇਰੇ ਆਏ ਆ। ਇੱਦਾਂ ਦੇਖੋ ਕਬੀਰ ਸਾਹਿਬ ਨੇ ਕਿੰਨੀ ਸੋਹਣੀ, ਕਹਿੰਦੇ ਬੰਦਾ ਇੱਦਾਂ ਕਰ ਵੀ ਆਪੇ ਹੀ ਕਹਿੰਦੇ ਬਣਾ ਲਿਆ, ਆਪੇ ਹੀ ਦੇਵਤਾ ਮੰਨ ਲਿਆ ਤੂੰ, ਆਪੇ ਹੀ ਮਿੱਟੀ ਲਿਆਂਦੀ। ਮਤਲਬ ਉਦੋਂ ਗੋਹੇ ਮਿੱਟੀ ਦੇ ਸੀ, ਅੱਜ ਬਦਲ ਗਿਆ, ਅੱਜ ਇੱਟਾਂ ਸੀਮਟ ਆ ਗਿਆ। ਆਪੇ ਹੀ ਕਹਿੰਦੇ ਬਣਾ ਕੇ ਆਪੇ ਹੀ ਮਿੱਥ ਲਿਆ ਤੂੰ। ਹੁਣ ਕਰ ਕੀ ਰਿਹਾ? ਕਹਿੰਦੇ ਕਰ ਜਿਹੜਾ ਤੁਰਿਆ ਮਨਾ, ਉਹ ਬਹੁਤ ਵੱਡਾ ਪਾਪ ਕਰ ਰਿਹਾ। ਦੇਖ ਉਹ ਮਿੱਟੀ ਆ, ਉਹ ਇੱਟਾਂ ਵਾ, ਉਹ ਪਲਸਤਰ ਕੀਤਾ ਹੋਇਆ, ਪਰ ਉਹਦੇ ਅੱਗੇ ਨਾ ਤੂੰ ਸਰ ਜਿਉ ਘੱਟ ਹੈ। ਕਹਿੰਦੇ ਉਹਦੇ ਅੱਗੇ ਪਤਾ ਕਿਹਨੂੰ ਵੱਢ ਰਿਹਾ ਤੂੰ, ਕਿਹਨੂੰ ਕੱਟ ਰਿਹਾ ਵਾ, ਕਿਹਦੀ ਬਲੀ ਦੇ ਰਿਹਾ, ਜਿਹਦੇ ਵਿੱਚ ਭਲਿਆ ਰੱਬ ਦੀ ਜੋਤ ਆ। ਕਹਿੰਦੇ ਸਰ ਜਿਉ ਘੱਟ ਹੈ ਨਿਰਜੀਉ ਪੂਜੈ। ਪੂਜਦਾ ਕਿਹਨੂੰ ਆ? ਜਿਹਦੇ ਵਿੱਚ ਕੁਛ ਵੀ ਨਹੀਂ। ਮਤਲਬ ਜਿਹੜੀ ਮਿੱਟੀ ਆ, ਮਿੱਟੀ 'ਚ ਕੀ ਆ? ਮਿੱਟੀ 'ਚ ਕੋਈ ਜਾਣ ਵਾ। ਮਤਲਬ ਹੁਣ ਇੱਟਾਂ ਆਪੇ ਤੋਂ ਭੱਠੇ ਤੋਂ ਲੈਂਦੀਆਂ ਆਪਾਂ। ਹੁਣ ਕਈ ਵਾਰੀ ਇੱਦਾਂ ਕਈਆਂ ਨੇ ਸੋਚਣਾ ਵੀ ਆ ਵੀ, ਪਰ ਇਹ ਮੈਂ ਪਹਿਲਾਂ ਗੱਲ ਕੀਤੀ ਵੀ ਇੱਦਾਂ ਨਾ ਕਿਉਂਕਿ ਬਾਬਾ ਜੀ ਇੱਦਾਂ ਕਹਿੰਦੇ ਸੀ। ਇਹ ਭਾਈ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਹਿ ਕੇ ਸਾਨੂੰ ਕਬੀਰ ਸਾਹਿਬ ਜੀ ਹੋਕਾ ਦੇ ਰਹੇ, ਲੋਕਾਂ ਨੂੰ ਸਮਝਾ ਰਹੇ ਆ। ਜਿਹੜਾ ਸਮਝੂਗਾ ਜ਼ਿੰਦਗੀ ਸੋਹਣੀ ਬਣੂਗੀ, ਨਹੀਂ ਤੇ ਕਬੀਰ ਸਾਹਿਬ ਕਹਿੰਦੇ ਸਰ ਜਿਉ ਕਾਟੈ ਨਿਰਜੀਉ ਪੂਜੈ, ਅੰਤ ਕਾਲ ਕੋ ਭਾਰੀ। ਕਹਿੰਦੇ ਆਉਣ ਵਾਲਾ ਸਮਾਂ ਤੇਰਾ ਬੜਾ ਦੁਖਦਾਇਕ ਹੋਣਾ ਜੇ, ਕਿਉਂਕਿ ਜਿਹਦੇ ਵਿੱਚ ਹੈ ਕੁਛ ਨਹੀਂ ਉਹਨੂੰ ਪੂਜੀ ਜਾ ਰਿਹਾ। ਭਲਿਆ ਜਿਹਦੇ ਵਿੱਚ ਜੋਤ ਰੱਬ ਦੀ ਆ ਉਹਨੂੰ ਲਿਆ ਕੇ ਵੱਢਦਾ ਇਹਦੇ ਗਾੜੀ। ਉਹ ਕੋਈ ਵੀ ਜਾਨਵਰ ਵੱਢ ਲਓ ਤੁਸੀਂ, ਬੱਕਰੇ ਵੱਢ ਲਓ, ਕੁੱਕੜ ਵੱਢ, ਕੁਛ ਵੀ ਆ, ਸਾਰਿਆਂ ਦੇ ਵਿੱਚ ਤੇ ਪਰਮਾਤਮਾ ਦੀ ਜੋਤ ਵਾ ਨਾ। ਹੁਣ ਜਿਹਦੇ ਅੱਗੇ ਵੱਢ ਰਿਹਾ ਵਾ ਉਹਦੇ ਵਿੱਚ ਕੀ ਆ? ਉਹ ਤੇ ਨਿਰਜਿੰਦ ਵਾ।
ਉਹ ਤੇ ਨਿਰਜਿੰਦ ਵਾ, ਉਹ ਤੇ ਤੂੰ ਮੰਨੀ ਬੈਠਾ ਨਾ ਇਹ ਦੇਵਤਾ ਵਾ। ਉਹ ਤੇ ਤੇਰੇ ਦਿਮਾਗ ਦੀ ਖੇਡ ਆ ਨਾ ਵੀ ਇਹ ਦੇਵਤਾ ਵਾ, ਇਹ ਦੇਵੀ ਆ, ਇਹ ਦੇਵਤਾ ਵਾ, ਇਹ ਸ਼ਕਤੀ ਆ, ਇਹ ਤੂੰ ਮੰਨੀ ਬੈਠਾ ਵਾ। ਕਹਿੰਦੇ ਉਹਦੇ ਵਿੱਚ ਕੁਛ ਨਹੀਂ ਗਾ, ਮਿੱਟੀ ਆ ਉਹ। ਰਾਮ ਨਾਮ ਕੀ ਗਤ ਨਹੀਂ ਜਾਨੀ, ਭੈ ਡੂਬੇ ਸੰਸਾਰੀ। ਕਹਿੰਦੇ ਤੂੰ ਸਾਰਿਆਂ ਵਿੱਚ ਰਮੇ ਹੋਏ ਪਰਮਾਤਮਾ ਦੀ ਗਤ ਮੈਨੇ ਉਹਨੂੰ ਸਮਝਿਆ ਨਹੀਂ ਗਾ, ਤੇ ਦੁਨੀਆ ਦੀਆਂ ਰਸਮਾਂ ਦੇ ਪਿੱਛੇ ਲੱਗ ਕੇ ਤੇ ਏਦਾਂ ਡਰ ਕੇ ਸਾਰਾ ਕੁਝ ਕਰ ਰਿਹਾ। ਤੂੰ ਡਰਿਆ ਹੋਇਆ ਵਾ, ਮਤਲਬ ਤੈਨੂੰ ਡਰਾਇਆ ਹੋਇਆ ਵਾ ਕਿਸੇ ਨੇ। ਰਾਮ ਨਾਮ ਕੀ ਗਤ ਨਹੀਂ ਜਾਨੀ ਤੇ ਭੈ ਡੂਬੇ ਸੰਸਾਰੀ। ਕਹਿੰਦੇ ਜਿਹੜੀਆਂ ਸੰਸਾਰ ਨੇ ਇੱਦਾਂ ਰਸਮਾਂ ਬਣਾਤੀਆਂ ਨਾ ਲੋਕਾਂ ਨੇ, ਕਿਸੇ ਨੇ ਬਣਾ ਕੇ ਦੇਤੀ, ਤੂੰ ਉਹਦੇ ਡਰ ਦੇ ਵਿੱਚ ਫਸ ਕੇ, ਤੈਨੂੰ ਖੁਦ ਸਮਝ ਨਹੀਂ ਗਈ, ਉਹਦੇ ਡਰ ਦੇ ਵਿੱਚ ਰਹਿ ਕੇ ਤੂੰ ਕਰੀ ਜਾ ਰਿਹਾ ਸਾਰਾ ਕੁਛ। ਫਿਰ ਅੱਗੇ ਕਹਿੰਦੇ ਦੇਵੀ ਦੇਵਾ ਪੂਜੈ ਡੋਲੇ, ਪਾਰ ਬ੍ਰਹਮ ਨਹੀਂ ਜਾਣਾ। ਕਹਿੰਦੇ ਦੇਖ ਲਾ, ਦੇਵੀ ਦੇਵਤਿਆਂ ਦੀ ਨਾਲੇ ਪੂਜਾ ਕਰੀ ਜਾਂਦਾ ਵਾ ਤੇ ਨਾਲੇ ਅੰਦਰੋਂ ਡਰਿਆ ਹੋਇਆ ਵਾ, ਅੰਦਰੋਂ ਅਸ਼ਾਂਤ ਵਾ, ਅੰਦਰੋਂ ਦੁਖੀ ਆ। ਦੇਵੀ ਦੇਵਾ ਪੂਜੈ ਡੋਲੇ, ਪਾਰ ਬ੍ਰਹਮ ਨਹੀਂ ਜਾਣਾ। ਕਹੇ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸੋ ਲਪਟਾਨਾ। ਕਬੀਰ ਸਾਹਿਬ ਜੀ ਕਹਿੰਦੇ ਦੇਖ ਭਲਿਆ, ਜਿਹੜਾ ਅਕੁਲ ਪਰਮਾਤਮਾ, ਜਿਹੜਾ ਜਾਤਾਂ ਪਾਤਾਂ ਤੋਂ ਪਰੇ ਸੀ, ਤੂੰ ਉਹਨੂੰ ਚੇਤੇ ਨਹੀਂ ਕੀਤਾ। ਜਿਹੜਾ ਜਾਤ ਵਰਨ ਤੋਂ ਪਰੇ ਸੀ, ਜਿਹੜਾ ਅਬਿਨਾਸੀ ਪਰਮਾਤਮਾ ਸੀ, ਤੂੰ ਉਹਨੂੰ ਚੇਤੇ ਨਹੀਂ ਕੀਤਾ। ਕਹੇ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਕਿਉਂਕਿ ਤੂੰ ਮਾਇਆ ਦੇ ਮੋਹ ਦੇ ਵਿੱਚ ਫਸ ਕੇ, ਮੋਹ ਵਿੱਚ ਫਸ ਕੇ ਸਾਰਾ ਕੁਝ ਕਰਦਾ। ਤੂੰ ਮੋਹ ਵਿੱਚ ਫਸ ਕੇ ਕਰਦੇ ਨਹੀਂ ਬਾਬਾ ਮੋਗਾ, ਮੋਹ ਦੇ ਵਿੱਚ ਫਸ ਕੇ ਬੰਦਾ ਇੱਦਾਂ ਬਲੀਆਂ ਬੁਲੀਆਂ ਦਾ ਜਿਹੜਾ ਜਦੋਂ ਸਿਧਾਂਤ ਹੁੰਦਾ ਵਾ, ਉਹ ਬੱਚਿਆਂ ਦੇ ਮੋਹ ਵਿੱਚ ਫਸ ਕੇ ਕੀਤਾ ਜਾਂਦਾ ਨਾ ਸਾਰਾ ਕੁਝ। ਬੱਚਿਆਂ ਦਾ ਲਾ ਲਓ, ਪਰਿਵਾਰ ਦਾ, ਸਮਾਜ ਦਾ, ਸੁੱਖਾਂ ਦਾ, ਕੋਈ ਵੀ ਸਾਰੇ ਮੋਹ 'ਚ ਫਸੇ ਆ, ਉਹਦੇ ਵਿੱਚ ਫਸ ਕੇ ਬੰਦਾ ਇੱਦਾਂ ਕਰੀ ਜਾ ਰਿਹਾ ਸਾਰਾ ਕੁਛ। ਕਬੀਰ ਸਾਹਿਬਾਂ ਦੇ ਜਦੋਂ ਇੱਦਾਂ ਆਪਾਂ ਸ਼ਬਦ ਪੜ੍ਹਦੇ ਆ ਨਾ, ਜਦੋਂ ਹੋਰ ਗੁਰੂ, ਹੁਣ ਇੱਕ ਕਬੀਰ ਸਾਹਿਬਾਂ ਦਾ ਸ਼ਬਦ ਆਉਂਦਾ, ਜਦੋਂ ਚਲੋ ਇੱਦਾਂ ਆਉਂਦੀ ਹੈ ਗੱਲ। ਹੁਣ ਕਬੀਰ ਸਾਹਿਬਾਂ ਦਾ ਇੱਕ ਸ਼ਬਦ ਆਉਂਦਾ, ਜਿੱਦਾਂ ਕਬੀਰ ਸਾਹਿਬ ਨੇ ਕਿਹਾ ਵੀ ਭਾਈ ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸੋ ਲਪਟਾਨਾ। ਇੱਕ ਸ਼ਬਦ ਆਉਂਦਾ, ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ। ਦੋ, ਕਿਉਂਕਿ ਜਦੋਂ ਕਬੀਰ ਸਾਹਿਬ ਗੱਲ ਕਰਦੇ ਆ, ਉਦੋਂ ਅਸਲੀਅਤ ਵਿੱਚ ਨਾ ਦੋ ਹੀ ਕੌਮਾਂ ਜਿਨ੍ਹਾਂ ਦਾ ਬੋਲ ਵਾਲਾ ਸੀ ਜ਼ਿਆਦਾ, ਇੱਕ ਇਸਲਾਮ, ਦੂਜਾ ਹਿੰਦੂ। ਹੁਣ ਜਿਹੜਾ ਇਸਲਾਮ ਆ ਉਹ ਕਹਿੰਦਾ ਵੇਦ ਝੂਠੇ ਆ, ਗ੍ਰੰਥਾਂ ਦੀ ਗੱਲ ਕਰ ਰਹੇ ਸੀ। ਜਿਹੜਾ ਸਨਾਤਨੀ ਹਿੰਦੂ ਆ ਉਹ ਕਹਿੰਦਾ ਕਤੇਬ ਝੂਠੇ ਆ, ਮਤਲਬ ਕਰਮ ਉਹ ਵੀ ਕਰ ਰਿਹਾ ਵਾ, ਕਰਮ ਉਹ ਵੀ ਕਰ ਰਿਹਾ, ਗ੍ਰੰਥਾਂ ਨੂੰ ਝੂਠੇ ਕਹਿ ਰਿਹਾ। ਜਦੋਂ ਕਬੀਰ ਸਾਹਿਬ ਗੱਲ ਕਰਦੇ, ਕਹਿਣ ਲੱਗੇ ਵੇਦ ਕਤੇਬ ਕਹੋ ਮਤ ਝੂਠੇ। ਕਹਿੰਦੇ ਝੂਠਾ ਜੋ ਨਾ ਵਿਚਾਰੈ। ਕਹਿੰਦੇ ਮੈਂ ਉਹਨੂੰ ਸਮਝਦਾ ਜਿਹੜਾ ਇਹਦੀ ਵਿਚਾਰ ਨਹੀਂ ਕਰਦਾ। ਪਰ ਇੱਕ ਗੱਲ ਨਾ, ਇਹ ਜਿਹੜੀ ਹੁਣ ਗੱਲ ਵਾ, ਇਹ ਤੇ ਕਬੀਰ ਸਾਹਿਬ ਉਦੋਂ ਕਰ ਰਹੇ ਸੀ ਨਾ ਜਦੋਂ ਦੋ ਕੌਮਾਂ ਦੀ ਗੱਲ ਸੀ। ਅੱਜ ਤੇ ਬਹੁਤ ਧਰਮ ਹੈ। ਹੁਣ ਗੁਰੂ ਨਾਨਕ ਸਾਹਿਬ ਆਏ, ਇੱਕ ਨਵਾਂ ਧਰਮ ਸਾਜ ਦਿੱਤਾ, ਜਿੱਦਾਂ ਆਪਾਂ ਸਿੱਖ ਧਰਮ ਹੁਣ ਕਹਿੰਦੇ ਆਪਾਂ ਨਾ। ਹੁਣ ਜੈਨੀ ਵੀ ਆ, ਬੋਧੀ ਆ, ਪਾਰਸੀ, ਬੜੇ ਧਰਮ ਗੁਰੂ ਸਾਹਿਬਾਂ ਦੇ ਵੇਲੇ ਵੀ ਇੱਦਾਂ ਹੈਗੇ ਸੀਗੇ। ਇਹ ਜਿਹੜੀ ਜਿਹੜੀ ਕੱਲੀ ਵਿਚਾਰ ਆ, ਇਹ ਕੱਲੀ ਹੁਣ ਜਦੋਂ ਹੁਣ ਅਸੀਂ ਗੱਲ ਕਰਨੀ ਆ, ਇਹ ਕੱਲੀ ਇਹ ਥੋੜ੍ਹਾ ਵਾ ਵੀ ਉੱਥੇ ਹਿੰਦੂ ਤੇ ਮੁਸਲਮਾਨ ਦੀ ਗੱਲ ਕੀਤੀ ਜਾ ਰਹੀ। ਇਹ ਹੁਣ ਸਿੱਖਾਂ ਦੀ ਵੀ ਨਾਲ ਹੀ ਆਉਣੀ ਹੈ। ਇਹ ਹੁਣ ਕੋਈ ਜਾਨੀ ਹੋਵੇ ਉਹਦੀ ਵੀ ਆ ਜਾਣੀ ਹੈ, ਜੇ ਕੋਈ ਕ੍ਰਿਸਚਨ ਹੋਇਆ ਉਹਦੀ ਵੀ ਆ ਜਾਣੀ, ਜੇ ਕੋਈ ਬੋਧੀ ਹੋਇਆ ਉਹਦੀ ਵੀ ਆ ਜਾਣੀ, ਜੇ ਕੋਈ ਪਾਰਸੀ ਹੋਇਆ ਉਹਦੀ ਵੀ ਆ ਜਾਣੀ। ਮਤਲਬ ਗੁਰੂ ਸਾਹਿਬਾਂ ਦੀ ਬਾਣੀ ਦਾ ਜਿਹੜਾ ਉਪਦੇਸ਼ ਆ ਸਰਬ ਸਾਂਝਾ ਵਾ। ਨਾਲੇ ਗੁਰੂ ਸਾਹਿਬ ਜਦੋਂ ਗੱਲ ਕਰਦੇ ਨਾ, ਭਾਵੇਂ ਭਗਤ ਜੀ ਕਰਨ, ਗੁਰੂ ਸਾਹਿਬ ਕਰਨ, ਗੁਰੂ ਸਾਹਿਬ ਕਿਸੇ ਧਰਮ ਨੂੰ ਜਾਂ ਬੰਦੇ ਨੂੰ ਥੋੜ੍ਹਾ ਟਾਰਗੇਟ ਕਰਦੇ ਆ। ਉਹ ਤੇ ਜਿਹੜੀਆਂ ਰਸਮਾਂ ਵਾ ਨਾ, ਜਿਹੜੀਆਂ ਫੋਕੀਆਂ ਰਸਮਾਂ, ਜਿਨ੍ਹਾਂ ਵਿੱਚੋਂ ਬੰਦੇ ਨੂੰ ਕੁਛ ਨਹੀਂ ਮਿਲ ਰਿਹਾ, ਉਹਨਾਂ ਦੀ ਗੱਲ ਕਰਦੇ ਆ। ਸਤਿਗੁਰੂ ਜੀ ਨੇ ਹਮੇਸ਼ਾ ਗੁਰਬਾਣੀ ਦੇ ਵਿੱਚ ਜਦੋਂ ਕਿਤੇ ਸਤਿਗੁਰੂ ਨੇ ਗੱਲ ਕੀਤੀ ਹਿੰਦੂ ਦੀ, ਤੇ ਸਤਿਗੁਰੂ ਨੇ ਇੱਦਾਂ ਥੋੜ੍ਹਾ ਕਿਹਾ ਵੀ ਤੂੰ ਹਿੰਦੂ ਆ ਤੇ ਸਿੱਖ ਬਣ ਜਾ। ਉਹ ਕਹਿੰਦੇ ਨਹੀਂ, ਜੇ ਤੂੰ ਹਿੰਦੂ ਆ ਤੇ ਭਲਿਆ ਸੋਹਣਾ ਹਿੰਦੂ ਬਣ। ਮਤਲਬ ਜੇ ਆ ਤੂੰ ਮੁਸਲਮਾਨ, ਸੋਹਣਾ ਮੁਸਲਮਾਨ ਬਣ। ਜੇ ਤੂੰ ਸਿੱਖ ਆ, ਸੋਹਣਾ ਸਿੱਖ ਬਣ।
जे तू बोधी आ सोहना बोधी बन, सोहना जैनी बन, सोहना क्रिश्चन। इदां अज तो चलो अज तो साडी मत आ ना, अज तो धर्मां नूं टारगेट करके भी तू मेरे धर्म च आ जा, कोई कहता मेरे च आ जा। इदां अज तो इदां चल रहा ना, गुरु साहब नहीं इदां करते। सतगुरु कहते जिथे हैगा ना सोहना वा, बस जिंदगी सोहनी बना, इंसान बन सोहना। गुरबाणी भी सानू इदां कह रही है। हुण कबीर साहिबां दा जिहड़ा पावन ये शब्द है, बेद कतेब कहो मत झूठे, झूठा जो न विचारे। कहते झूठा वो आ जिहड़ा इन्हां दे विच जो चंगियां गल्लां जिंदगी च नहीं विसारिया, वो बंदा झूठा वा। जो सब मैं एक खुदाए कहत हो, तो क्यों मुर्गी मारे। कहते तू नाले कही जाता भी सारियां दे विच एक खुदा, आपां हुण कह असीं भी कह रहे हैं ना भी सारियां च एक खुदा वा। कहते हुण तू नाले ये कहंदा वा भी सारियां दे विच एक खुदा वा, दूजे पासे तू इदां जानवरां दी हत्या कर रहा वा। जो सब में एक खुदाई कहे तो तौ क्यों मुर्गी मारे। मुल्ला कहो न्याओ खुदाई। कह लगे हे मुल्ला तू खुदा दा न्याय दसदा लोकां नूं, मैंने तू खुदा दियां गल्लां कर करके दसदा वा, पर तेरे मन का भरम ना जाए, तेरे अपने मन का भरम नहीं के गया जे। भी वो आपां भी हुण गल कह रही ने ना रब दी, पर जिहड़ा मन का अंदरों जिहड़ा भरम जाना वा, जिहड़ा भरम जाके ज्ञान आना, वो थोड़ा जी। कहते मुल्ला कहो न्याओ खुदाई, तू न्याय दियां गल्लां बहुत करदा, इदां उच्ची टारा मारदा वा भी न्याय इदां, पर कहते तेरे मन का अजे भरम, तेरे मन का अजे भरम नहीं गया, तेरे मन की अजे ज्ञानता नहीं गई। मैं कई बार इदां सोचीदा वा, जदों गुरु नानक साहब आए ना, तो जदों एक निराले धर्म की नींह रखी, ये गुरु नानक साहब का वो धर्म सी जिन्हें सारी दुनिया नूं इदां वधिया बनाउणा सी। पर देख लो असीं भी उत्थे गरके पए सारे। जे सतगुरु इदां कहंदे होणगे कि सब मैं एक खुदाए कहे तो तौ क्यों मुर्गी मारा, तो जे साडे धर्म दे विच बकरे वड्डे जांदे जदा, फिर वो भी तो विच ही आउणा ना सारा कुछ। फिर उधर हुण जिद्दां उधर उधर फिर असीं जदों उन्हां दी गल करने, फिर उत्ते साखियां बना लियां, उत्थे महाप्रसाद विच गुरु साहिबां नूं लिया के इदां भी ये तो भाई ये तो शस्त्र जिहड़े आ ते शस्त्रां दी ते पूजा होनी आ। फिर सानूं इदां शब्द पढ़ पढ़ सुनाए जांदे भी शस्त्रां दी पूजा जिहड़ी आ वो खून दे नाल होनी आ, ते बकरा इदां वढ के देखदे आ किदां की कुछ हो रहा। जदों उत्ते कोई गल करदा वा ते उत्थे डांग सोटा चल पैंदा, उदों साखियां सुना दिंदे लोकां नूं इदां। जदों हुण इदां कबीर साहब जी फिर इदां भी इदां साडे कबीर साहब जी इदां कहंदे, वो कबीर साहब उन्हां नूं नहीं सानूं भी इदां ही कहंदे आ भाई, गल सानूं भी उही मननी पैनी है। पर सिख जिहड़ा गुरु नानक साहब दा धर्म सी ना, ये तो सारियां नूं गल वकड़ी विच लै के ना एक सोहणे जीवन की जाच देण वाला सी। पर अगले ने देख लिया ना कि ये जिहड़ा आ ते जे किते इदां हो गया तो ये तो परलों लिया दूगा इदां, इस करके उन्हें टारगेट किया, इनू हाईजैक कर लिया। फिर वो जड़ियाँ रस्मां उहदे विच सी उदां ही साडे विच आ गई, सारा कुछ उदां ही हो रहा वा। वो उन्होंने कोई प्रॉब्लम नहीं, तुसीं पाठ करो पूजा करो खंड पाठ जो मर्जी कीर्तन जो नगर कीर्तन जिन्ने मर्जी करो, जो मर्जी करी जाओ, जिहड़ा मेन जिहड़ा काम है ना वो उन्होंने हाईजैक कर लिया वा। जिहड़ी सिक्ख्या लैके असीं जीवन बदलना ना, वो तो उहदे लागे तो आउण ही नहीं दित्ता जांदा बंदे नूं। जिहड़ी गल गुरु नानक साहब जी कह रहे थे ना, जिहड़ा मिशन गुरु नानक साहब लैके चले सी, वो मिशन ते अगले ने पर्दा पाया होया, उधर तो जान नहीं दिता जाता ना। रस्ता होर है जिहदे ते असीं सारे चल रहे हैं। निराला धर्म सी गुरु नानक साहब का, उहदे ते असीं सारियां ने चलना सीगा। हुण कबीर साहब जी कहते मुल्ला कहो न्याओ खुदाई, तेरे मन का परम न जाई, पकड़ जियो आन्या दे बिनासी, माटी को बिस्मल किया। हुण जदों कहंदे भी देख तू पकड़ के लियांदा, मतलब कोई जानवर इदां पकड़ के लियांदा, पकड़ जियो आन्या दे बिनासी, माटी को बिस्मल किया। हुण ओहदी जिहड़ा शरीर आ, मतलब मिट्टी, ओहदा ओनू बिस्मल इदां आपां पढ़दे नहीं इस्लाम में बिस्मिल्ला, इदां बिस्मिल दा मतलब हुंदा भी रब दे नां ते, भी जदों बिस्मिल्ला कहता असीं समझो ये जिहड़ा जानवर जिहड़ा वड्ढिया कट्टिया गया